पाप खंडन नीको ठाकुर दिसा। तू सुल्तान कहाँ हो मियाँ, तेरी कवन वडाई, जो तू देहे सो कहाँ स्वामी। मैं मूर्ख कहन ना जाई, जो तू देहे सो कहाँ स्वामी। मैं मूर्ख कहन ना जाई। जुग हो जुग अटल, चवर छतर तखत दे मालिक, हालत पलत दे रखियक, ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ, ਸਭਨਾਂ ਦੇ ਸਾਂਝੇ ਰਹਿਬਰ, ਗੁਰ ਤਖਤ ਤੇ ਬਿਰਾਜਮਾਨ ਸਾਹਿਬ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਦੀਨ ਦਿਆਲੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਸੁਭਾਈਮਾਨ ਸਜ ਬੈਠੀ ਸਮੂਹ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਮਹਾਨ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਲਾਸਾਨੀ ਸ਼ਹਾਦਤ ਵਾਲੇ ਅਸਥਾਨ ਤੇ ਅਸੀਂ ਸਾਰੇ ਨਤਮਸਤਕ ਹੋਏ ਬੈਠੇ ਹਾਂ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਰਸ ਹੈ, ਜੋ ਸਾਡੇ ਤੇ ਕਿਰਪਾ ਕਰਕੇ ਆਪਣੀ ਗੋਦ ਵਿੱਚ ਸਾਨੂੰ ਲਿਆ ਬਿਠਾਲਦੇ ਆ। ਆਪ ਜੀ ਜਿਤਨੇ ਵੀ ਪ੍ਰੇਮ ਪਿਆਰ ਸ਼ਰਧਾ ਭਾਵਨਾ ਨਾਲ ਜੁੜੇ ਹੋ, ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰ ਰਹੇ ਹੋ। ਆਪ ਜੀ ਨੇ ਬੜੇ ਪ੍ਰੇਮ ਸਹਿਤ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਕੀਰਤਨ ਦੀ ਸਮਾਪਤੀ ਕੀਤੀ ਭਾਈ ਸਾਹਿਬ ਜੀ ਹੋਰਾਂ ਨੇ, ਤੇ ਉਸ ਤੋਂ ਬਾਅਦ ਆਪ ਜੀ ਨੂੰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਿੰਘ ਸਾਹਿਬ ਜੀ ਹੋਰਾਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਚੋਂ ਇੱਕ ਸ਼ਬਦ ਸ਼ਰਵਣ ਕਰਵਾਇਆ। ਆਪ ਜੀ ਨੇ ਬੜੀ ਸ਼ਿੱਦਤ ਦੇ ਨਾਲ ਪਾਠ ਸੁਣ ਲਿਆ ਹੈ ਜੀ, ਤੇ ਇਸੇ ਹੀ ਅੰਮ੍ਰਿਤ ਬਚਨ ਨੂੰ ਅਸੀਂ ਯਤਨ ਕਰਨਾ ਹੈ। ਸਤਿਗੁਰੂ ਜੀ ਜਿੰਨੀ ਕੁ ਮਤ ਬੁੱਧ ਸਮਰੱਥਾ ਪ੍ਰਦਾਨ ਕਰਨਗੇ, ਅਸੀਂ ਇਸ ਸ਼ਬਦ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਸਤਿਗੁਰੂ ਜੀ ਸਾਨੂੰ ਕਹਿ ਕੀ ਰਹੇ ਆ, ਸਤਿਗੁਰ ਨੇ ਸਿੱਖ ਨੂੰ ਉਪਦੇਸ਼ ਕੀ ਕੀਤਾ ਹੈ। ਸਾਧ ਸੰਗਤ, ਸਤਿਗੁਰੂ ਦੀ ਬਾਣੀ ਦਾ ਇੱਕ ਇੱਕ ਬਚਨ ਸਿੱਖ ਦੀ ਜ਼ਿੰਦਗੀ ਨੂੰ ਰੂਹਾਨੀਅਤ ਦਾ ਪ੍ਰਕਾਸ਼ ਬਖਸ਼ਦਾ ਹੈ, ਪਰ ਉਹਨੂੰ ਜਿਹੜਾ ਇਸ ਸ਼ਬਦ ਨੂੰ ਸਮਝ ਲਵੇ। ਆਪ ਜੀ ਜਿਤਨੇ ਜੁੜੇ ਹੋ, ਇਹਨਾਂ ਅੰਮ੍ਰਿਤ ਬਚਨਾਂ ਨੂੰ ਅਸੀਂ ਵਿਚਾਰਨ ਦਾ ਯਤਨ ਕਰਾਂਗੇ। ਜਿਹੜਾ ਅੱਜ ਦਾ ਇਹ ਪਾਵਨ ਸ਼ਬਦ ਹੈ ਜੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 398 ਉੱਪਰ ਦਰਜ ਹੈ।
ਪੰਚਮ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਪਾਵਨ ਬਚਨ ਸਤਿਗੁਰੂ ਜੀ ਨੇ ਆਸਾ ਰਾਗ ਵਿੱਚ ਉਚਾਰਨ ਕੀਤਾ ਹੈ। ਤੇ ਇਸ ਅੰਮ੍ਰਿਤ ਸ਼ਬਦ ਵਿੱਚ ਜੋ ਮਹਾਰਾਜ ਤੱਤ ਸਮਝਾਉਣਾ ਚਾਹੁੰਦੇ ਆ ਉਹ ਇਹ ਹੈ ਵੀ ਜਿਹੜਾ ਪਰਮੇਸ਼ਵਰ ਪਰਮਾਤਮਾ ਜਿਨੇ ਸਭ ਕੁਝ ਬਣਾਇਆ ਹੈ, ਜਿਹਦੀ ਇੱਕ ਸ਼ਬਦ ਦੇ ਨਾਲ, ਇੱਕ ਨਾਦ ਦੇ ਨਾਲ, ਇੱਕ ਖਿਆਲ ਦੇ ਨਾਲ ਸਾਰਾ ਬ੍ਰਹਿਮੰਡ ਰਚਿਆ ਗਿਆ। ਜੋ ਕੁਝ ਉਹਨੇ ਬਣਾਇਆ ਪਰਮਾਤਮਾ ਆਪਣੇ ਬਣਾਏ ਹੋਏ ਵਿੱਚ ਉਹਨੇ ਆਪਣੇ ਆਪ ਨੂੰ ਅਭੇਦ ਕਰ ਦਿੱਤਾ। ਭਾਵ ਪਰਮਾਤਮਾ ਸਭ ਵਿੱਚ ਸਮਾਇਆ ਹੈ। ਤੇ ਜਦੋਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਗੱਲ ਕਰਦੇ ਆ, ਕਹਿਣ ਲੱਗੇ ਮੇਰਾ ਪਰਮਾਤਮਾ ਉਹੀ ਹੈ ਜਿਨੇ ਇਸ ਕਾਇਨਾਤ ਨੂੰ ਸਿਰਜਿਆ ਹੈ। ਮੈਂ ਉਸੇ ਨੂੰ ਜਪਦਾ ਹਾਂ, ਉਸੇ ਨੂੰ ਜਪਾਉਣਾ ਹਾਂ। ਇਹ ਨਹੀਂ ਮੈਂ ਜਪਦਾ ਕਿਸੇ ਹੋਰ ਨੂੰ ਆ, ਜਪਾਉਂਦਾ ਕਿਸੇ ਹੋਰ ਨੂੰ ਆ। ਧੰਨ ਗੁਰੂ ਨਾਨਕ ਆਖਦੇ ਆ ਜਿਹੜਾ ਮੇਰਾ ਮਾਲਕ ਹੈ, ਮੈਂ ਇਸ ਖਲਕਤ ਨੂੰ ਵੀ ਉਸੇ ਮਾਲਕ ਦੇ ਨਾਲ ਜੋੜਨ ਆਇਆ ਹਾਂ। ਅੱਜ ਸਤਿਗੁਰ ਨੇ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਜਿੰਨੀ ਕੁ ਮਹਾਰਾਜ ਬਖਸ਼ਿਸ਼ ਕਰਨਗੇ ਇਹਨੂੰ ਵਿਚਾਰਾਂਗੇ। ਸੋ ਆਓ ਜਿਤਨੇ ਵੀ ਆਪ ਜੀ ਜੁੜੇ ਹੋ, ਕੁਝ ਕਹਿਣ ਅਤੇ ਸੁਣਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਇੱਕ ਜੋਦੜੀ ਜ਼ਰੂਰ ਕਰਿਆ ਜੇ। ਸਾਧ ਸੰਗਤ ਤੁਹਾਡੇ ਤੇ ਬੜੀ ਰਹਿਮਤ ਹੈ। ਬਸ ਇੱਕ ਬੇਨਤੀ ਪਾਤਸ਼ਾਹ ਦੇ ਦਰ ਤੇ ਰੋਜ਼ ਕਰਿਆ ਕਰੋ। ਸਤਿਗੁਰੂ ਜੀ ਜੋ ਕੁਝ ਅਸੀਂ ਸੁਣਦੇ ਹਾਂ, ਜੋ ਕੁਝ ਅਸੀਂ ਆਪਣੀ ਇਸ ਰਸਨਾ ਚੋਂ ਕਹਿੰਦੇ ਹਾਂ, ਪਾਤਸ਼ਾਹ ਸਾਡਾ ਕਹਿਆ ਅਤੇ ਸੁਣਿਆ ਇਕੱਲਾ ਕਹਿਆ ਤੇ ਸੁਣਿਆ ਨਾ ਰਹਿ ਜਾਏ। ਇਸ ਜ਼ੁਬਾਨ ਵਿੱਚੋਂ ਨਿਕਲਣ ਵਾਲੇ ਬੋਲ, ਇਹਨਾਂ ਕੰਨਾਂ ਰਾਹੀਂ ਸੁਣਨ ਵਾਲੇ ਬਚਨ ਸਾਡੇ ਹਿਰਦੇ ਦੇ ਅੰਦਰ ਵੀ ਵਸ ਜਾਣ। ਕਿਉਂਕਿ ਆਨੰਦ ਉਦਣ ਨਹੀਂ ਬਣਨਾ ਜਿੱਦਣ ਤੁਹਾਡੇ ਬੋਲ ਜੋ ਸੁਣੋਗੇ, ਜੋ ਕਹੋਗੇ, ਜੇ ਉਹ ਅੰਦਰ ਟਿਕਣਗੇ। ਯਾਦ ਰੱਖਿਓ ਸਹਿਜ ਉਦਣ ਨਹੀਂ ਮਿਲਣਾ ਜਿੱਦਣ ਕਹਿਆ ਅਤੇ ਸੁਣਿਆ ਇਸ ਦਹਲੀਜ਼ ਚੋਂ ਬਾਹਰ ਨਿਕਲੇ ਆ, ਪਤਾ ਹੀ ਨਹੀਂ ਸੁਣ ਕੇ ਕੀ ਆਏ ਆ, ਉਦਣ ਉੱਥੇ ਹੀ ਰਹਿ ਜਾਏਗਾ। ਆਓ ਮਹਾਰਾਜ ਕਿਰਪਾ ਕਰਨ ਸਾਡੇ ਅੰਦਰ ਪਾਤਸ਼ਾਹ ਦਾ ਸ਼ਬਦ ਟਿਕ ਜਾਏ। ਸਾਧ ਸੰਗਤ ਜਿਤਨੇ ਵੀ ਬੈਠੇ ਹੋ, ਕੋਈ ਰਸਨਾ ਵਾਂਝੀ ਨਾ ਰਹੇ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜੀਓ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ। ਸ਼ਬਦ ਆਰੰਭ ਹੁੰਦਾ ਹੈ ਜੀ ਆਸਾ ਮਹੱਲਾ ਪੰਜਵਾਂ। ਜਿਸ ਸਿਮਰਤ ਦੁਖ ਜਾਏ, ਸਹਜ ਸੁਖ ਪਾਈਐ, ਰਹਿਣ ਦਿਨਸ ਕਰ ਜੋੜ, ਹਰ ਹਰ ਧਿਆਈਐ। ਫਿਰ ਰਹਾਉ ਦੀਆਂ ਤੁਕਾਂ ਨੇ। ਹਜ਼ੂਰ ਆਖਦੇ ਆ ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਏ, ਸਰਬ ਰਹਿਆ ਭਰਪੂਰ, ਸੱਚਾ ਸੱਚ ਸੋਈ। ਰਹਾਉ, ਰਹਾਉ ਦਾ ਅਰਥ ਹੁੰਦਾ ਹੈ ਠਹਿਰਨਾ, ਠਹਿਰਾਵ। ਤੁਹਾਨੂੰ ਅਕਸਰ ਸ਼ਬਦਾਂ ਵਿੱਚ ਰਹਾਉ ਪਦ ਮਿਲੇਗਾ। ਗੁਰਬਾਣੀ ਵਿੱਚ ਕੁਝ ਬਚਨ ਐਸੇ ਵੀ ਆ ਜਿਨ੍ਹਾਂ ਵਿੱਚ ਰਹਾਉ ਪਦ ਵਰਤਿਆ ਨਹੀਂ ਗਿਆ, ਪਰ ਕੁਝ ਨੇ। ਬਹੁਤਾਤ ਵਿੱਚ ਹਰ ਇੱਕ ਸ਼ਬਦ ਵਿੱਚ ਸਤਿਗੁਰਾਂ ਨੇ ਰਹਾਉ ਪਦ ਦੀ ਵਰਤੋਂ ਕੀਤੀ ਹੈ। ਜਦੋਂ ਇੱਥੇ ਸਤਿਗੁਰੂ ਜੀ ਰਹਾਉ ਪਦ ਵਰਤਦੇ ਆ, ਮੇਰੇ ਮਹਾਰਾਜ ਕਹਿਣਗੇ ਜਦੋਂ ਇਹਨਾਂ ਤੁਕਾਂ ਨੂੰ ਪੜ੍ਹੇ ਨਾ
तू रुकना है, थोड़ा जा ठहरना है। पुछया भी महाराज ठहरना कातों आ? हजूर कह लगे ना दो तुकां नूं पढ़ी ते रुकी, क्योंकि इन्हां दो तुकां दे अंदर मैं सारे शब्द दा तत लुकाया होया है। थोड़ा ठहर इत्थे। रहाओ दियां तुकां मैं रिपीट करांगा जी। फिर कह लगे नानक का प्रभ सोए जिसका सब कोई। थोड़े जे आखिरी अर्थ देखांगे आपां, फिर इनू विस्तार नाल लवांगे। महाराज कहन लगे नानक का प्रभ सोए। गुरु नानक सच्चे पातशाह दा मालक खसम ओ है जिस परमात्मा ने सब कुछ बनाया है, जेदा कीता होया सब कुछ है। नानक का प्रभ सोए जिसका सब कोई। ओ मालक नहीं। हजूर कहन लगे जिस प्रभु ने, जिस कादर ने इस सारी सृष्टि नूं रचिया है, इस सारी कुदरत नूं बनाया, जिन्ना असी ब्रह्मंड दा पसारा तकदे आ, जो सानू अखां नाल नजर आउंदा है। इत्थे एक गल याद रखण योग है, केवल ब्रह्मंड ओ नहीं है जो सानू अखां नाल नजर आउंदा है, ओ बहुत कुछ है जेड़ा सानू नजर भी नहीं आउंदा। बहुत कुछ है। चाहे अज साइंस बहुत तरक्की कर चुकी है, उन्हें बहुत प्लैनेट खोज ले आ, पर याद रखियो साइंस अजे उथों तक भी नहीं पहुंची जो कुछ मेरे परमात्मा ने रचिया होया है। गुरु नानक सच्चे पातशाह ने किन्ने साल पहला कह दिता, पाताला पाताल लख आगासा आगास। जेड़ा बाबा नानक लखां पतालां दी गल करदा है, लखां आकाशां दी गल करदा है, लखां धरतियां दी गल करदा है। याद रखियो साइंस आखदी है कुछ आकाश होर भी ने, पर मेरा बाबा लखां दी गल ते पहले ही कर गया है। ते ओने ये नहीं सी आखिया भी लखां तक खत्म है, मेरे मालक ने कह दिता करोड़ां भी हो सकते आ। उस कादर दा भेद नहीं पाया जा सकता जिन्ने सब कुछ बनाया है। हजूर कहन लगे मेरा मालक वो है जिन्ने सब कुछ पैदा किया, जिन्ने सब कुछ बनाया। साध संगत जी सिख बचन पढ़ते हैं, गुरु नानक सच्चे पातशाह ने एक अकाल पुरख तो बगैर किसे नूं नहीं सिमरिया। मेरे पातशाह ने करतार करतार कीता ते करतार करतार जपाया है। ये नहीं आखिया वेखो संसार ते अनेकां अवतार आए, असी किसे ते कटाक्ष नहीं करांगे, सारे सत्कारयोग ने, पर थोड़ा जिहा देखांगे। जिन्ने भी अवतार आए साध संगत परमात्मा ने भेजे समय समय ते। जितने भी अवतार आए उन्हां नूं भेजिया परमात्मा ने है, पर इस मृत मंडल ते आके उन्हां ने उस कादर नूं नहीं जपाया, उन्हां ने अपने नाम जपाए। अपने नाम जपाए उन्होंने जितने भी अवतार आए। पर गुरु नानक सच्चे पातशाह इस मृत मंडल ते आउंदे आ, गुरु नानक जी ने कदे नहीं आखिया मेरे मालक ने चार उदासियां कीतियां कि चार उदासियां विच एक भी बचन ऐसा मिलता है कि मेरे पातशाह ने कहा होया लोगो तुसी नानक नानक जपया करो, तुसी नानक नानक कहा करो। जेड़ा भी बाबा दी शरण विच आउंदा है हजूर आख दिया बस रब रब करना है, करतार करतार जपना है। क्यों? कह लगे मेरा मालक भी वही है। पुछया भी तुहाडे मालक विच ऐसी समर्था की है जिन्नू तुसी जपदे हो? ते सतगुरु जी उत्थे जवाब पता की दिंदे आ, असी अमृत बाणी विच एक बचन पढ़दे आ पातशाह दा। हजूर आख दिओ पता कैसा है? आ तुहानू दसा कैसा है। हजूर कहन लगे जाके वस खान सुल्तान, जाके वस है सगल जहान, जाका किया सब किश होए तिस ते बाहर नहीं कोई।
ਮਹਾਰਾਜ ਨੇ ਕਹਿ ਦਿੱਤਾ ਦੁਨੀਆ ਤੇ ਵੱਡੇ ਵੱਡੇ ਬਾਦਸ਼ਾਹ ਹੋਏ ਆ, ਵੱਡੇ ਵੱਡੇ ਪੈਗੰਬਰ ਹੋਏ ਆ, ਉਹ ਸਾਰੇ ਮੇਰੇ ਮਾਲਕ ਦੇ ਹੁਕਮ ਵਿੱਚ ਚੱਲਦੇ ਆ। ਮੈਂ ਵੀ ਉਸੇ ਪਰਮਾਤਮਾ ਨੂੰ ਹੀ ਮੰਨਦਾ ਹਾਂ, ਮੈਂ ਉਸੇ ਨੂੰ ਮੰਨਦਾ ਹਾਂ। ਹਜ਼ੂਰ ਨੇ ਜਪਜੀ ਸਾਹਿਬ ਵਿੱਚ ਇੱਕ ਬਚਨ ਕੀਤਾ, ਕਹਿਣ ਲੱਗੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਮੇਰਾ ਖਸਮ ਉਹ ਹੈ, ਮੈਂ ਉਸੇ ਨੂੰ ਜਪਦਾ ਵਾਂ ਜਿਹਦੇ ਹੁਕਮ ਵਿੱਚ ਇਸ ਦੁਨੀਆ ਤੇ ਹੁਕਮ ਚਲਾਉਣ ਵਾਲੇ ਵੀ ਰਹਿੰਦੇ ਆ। ਮੈਂ ਉਸੇ ਨੂੰ ਸਿਮਰਦਾ ਵਾਂ। ਸਾਧ ਸੰਗਤ ਥੋੜਾ ਜਿਹਾ ਨਿਕਲਾਂਗੇ ਇਸ ਪ੍ਰਸੰਗ ਚੋਂ। ਯਾਦ ਰੱਖਿਓ, ਸੰਸਾਰ ਵਿੱਚ ਬਹੁਤ ਪੈਗੰਬਰ ਆਏ, ਬੜੇ ਵੱਡੇ ਵੱਡੇ ਸ਼ਹਿਨशाह ਬਾਦਸ਼ਾਹ ਆਏ, ਪਰ ਸਾਧ ਸੰਗਤ ਜੀ ਯਾਦ ਰੱਖਣ ਵਾਲੀ ਬਾਤ ਹੈ, ਦੁਨੀਆ ਤੇ ਐਸੇ ਵੀ ਆਏ ਜਿਨ੍ਹਾਂ ਨੇ ਆਪਣਾ ਹੁਕਮ ਚਲਾਇਆ, ਜਿਨ੍ਹਾਂ ਨੇ ਕਹਿ ਦਿੱਤਾ ਸਾਡੇ ਹੁਕਮ ਤੋਂ ਬਗੈਰ ਕੁਝ ਹੋ ਨਹੀਂ ਸਕਦਾ, ਸਾਡੇ ਹੁਕਮ ਤੋਂ ਬਗੈਰ ਪੱਤਾ ਨਹੀਂ ਹਿਲ ਸਕਦਾ। ਪਰ ਪੁੱਛਿਆ ਵੀ ਸਮਾਂ ਪਾ ਕੇ ਕਿੱਥੇ ਚਲੇ ਗਏ ਹੋ? ਜਿਨ੍ਹਾਂ ਨੇ ਆਖਿਆ ਸੀ ਧਰਤੀ ਦੇ ਮਾਲਕ ਆ, ਜਿਨ੍ਹਾਂ ਨੇ ਆਖਿਆ ਅਸੀਂ ਸਭ ਕੁਝ ਕਰਨ ਵਾਲੇ ਆ। ਬਾਬਾ ਫਰੀਦ ਸਾਹਿਬ ਜੀ ਦਾ ਇੱਥੇ ਇੱਕ ਬਚਨ ਚੇਤੇ ਆ ਜਾਂਦਾ ਹੈ। ਬਾਬਾ ਫਰੀਦ ਸਾਹਿਬ ਜੀ ਧਰਤੀ ਤੇ ਆਕਾਸ਼ ਦੀ ਗੱਲ ਕਰਦੇ ਆ, ਦੋਵਾਂ ਦਾ ਆਪਸੀ ਸੰਵਾਦ ਰਚਾਇਆ ਬਾਬਾ ਫਰੀਦ ਸਾਹਿਬ ਜੀ ਨੇ। ਕਹਿਣ ਲੱਗੇ ਇੱਕ ਇਧਰ ਧਰਤੀ ਤੇ ਆਕਾਸ਼ ਦੋਵੇਂ ਗੱਲ ਕਰ ਰਹੇ ਆ। ਆਕਾਸ਼ ਪੁੱਛਦਾ ਧਰਤੀ ਨੂੰ ਵੀ ਧਰਤੀ ਤੇਰੇ ਤੇ ਵੱਡੇ ਵੱਡੇ ਬਾਦਸ਼ਾਹ ਹੋਏ, ਵੱਡੇ ਵੱਡੇ ਪੈਗੰਬਰ ਆਏ, ਵੱਡੇ ਵੱਡੇ ਦਾਨਿਸ਼ਮੰਦ ਆਏ, ਵੱਡੇ ਵੱਡੇ ਗਿਆਨੀ ਆਏ, ਪਰ ਸਮਾਂ ਪਾ ਕੇ ਮੈਨੂੰ ਨਜ਼ਰ ਨਹੀਂ ਆਉਂਦੇ ਕਿਤੇ ਉਹ ਜਿਨ੍ਹਾਂ ਨੇ ਆਖਿਆ ਸਾਡਾ ਨਾਮ ਸਭ ਤੋਂ ਵੱਡਾ ਹੈ, ਸਾਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ, ਸਾਡੇ ਹੁਕਮ ਨੂੰ ਕੋਈ ਮੇਟ ਨਹੀਂ ਸਕਦਾ, ਸਾਡਾ ਹੁਕਮ ਪੱਥਰ ਦੀ ਲਕੀਰ ਹੈ। ਉਹ ਕਿੱਥੇ ਚਲੇ ਗਏ ਆ? ਅੱਜ ਨਜ਼ਰ ਨਹੀਂ ਆਉਂਦੇ ਕਿਤੇ। ਤੇ ਸਾਧ ਸੰਗਤ ਫਿਰ ਧਰਤੀ ਜਵਾਬ ਪਤਾ ਕੀ ਦਿੰਦੀ ਹੈ? ਧਰਤੀ ਜਵਾਬ ਦਿੰਦੀ ਹੈ ਜਿਨ੍ਹਾਂ ਦੀ ਤੂੰ ਗੱਲ ਕਰਦਾ ਪਿਆ ਨਾ, ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਵੀ ਮੰਨਣਾ ਸ਼ੁਰੂ ਕਰ ਦਿੱਤਾ ਕਿ ਸਾਡਾ ਹੁਕਮ ਕੋਈ ਨਹੀਂ ਮੇਟ ਸਕੇਗਾ। ਜੇ ਤੂੰ ਉਹਨਾਂ ਦੀ ਗੱਲ ਪੁੱਛਦਾ ਧਰਤੀ ਦੇ ਮਾਲਕ ਮੰਨਣ ਵਾਲਿਆਂ ਦੀ, ਲਿਆ ਤੈਨੂੰ ਦੱਸਦੀ ਆ। ਕਹਿਣ ਲੱਗੀ ਕਬਰਿਸਤਾਨ ਵਿੱਚ ਜਾਈ, ਉਹਨਾਂ ਦੇ ਸਰੀਰ ਕਬਰਾਂ ਵਿੱਚ ਸੜਦੇ ਪਏ ਆ। ਜਿਹੜੇ ਆਪਣੇ ਆਪ ਨੂੰ ਮਾਲਕ ਕਹਿੰਦੇ ਸਨ, ਉਹ ਕਾਦਰ ਦੀ ਬਣਾਈ ਹੋਈ ਧਰਤੀ ਦੇ ਹੇਠਾਂ ਦੱਬੇ ਗਏ ਆ। ਅੱਜ ਉਹਨਾਂ ਦਾ ਨਾਮ ਨਿਸ਼ਾਨ ਤੱਕ ਨਜ਼ਰ ਨਹੀਂ ਆਉਂਦਾ। ਮੇਰੇ ਮਾਲਕ ਨੇ ਉੱਥੇ ਬਚਨ ਉਚਾਰਨ ਕੀਤਾ, ਕਹਿਣ ਲੱਗੇ ਜਿਮੀ ਪੁੱਛੇ ਆਸਮਾਂ, ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਉਹਨਾਂ ਦੀਆਂ ਬੋਡੀਆਂ, ਉਹਨਾਂ ਦੇ ਸਰੀਰ ਕਬਰਾਂ ਵਿੱਚ ਸੜਦੇ ਪਏ ਆ। ਉਹਨਾਂ ਦੀ ਜਿੰਦ ਨੂੰ ਹੁਣ ਉਲਾਮੇ ਸਹਿਣੇ ਪੈ ਰਹੇ ਆ। ਮੇਰਾ ਪਾਤਸ਼ਾਹ ਆਖਦਾ ਨਾਨਕ ਦਾ ਮਾਲਕ ਉਹ ਹੈ ਜਿਹਦਾ ਹੁਕਮ ਜਰਰੇ ਜਰਰੇ ਵਿੱਚ ਚੱਲਦਾ ਪਿਆ ਹੈ। ਹਜ਼ੂਰ ਕਹਿਣ ਲੱਗੇ ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਈ। ਇੱਕ ਤੁਸੀਂ ਹੋਰ ਬਚਨ ਪੜ੍ਹਦੇ ਹੋ ਜੀ, ਉਹ ਬਚਨ ਅਕਸਰ ਤੁਸੀਂ ਹੁਕਮਨਾਮੇ ਦੇ ਰੂਪ ਵਿੱਚ ਸੁਣਿਆ, ਬੇਅੰਤ ਵਾਰ ਸੁਣਿਆ। ਸਾਧ ਸੰਗਤ ਉਹ ਪਾਵਨ ਬਚਨ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਤੁਸੀਂ ਮੇਰੇ ਪ੍ਰਤਪਾਲਕ ਹੋ, ਮੇਰੇ ਮਾਲਕ ਹੋ, ਤੁਸੀਂ ਮੇਰੇ ਖਸਮ ਹੋ। ਤੇ ਨਾਲ ਗੱਲ ਕਹਿ ਦਿੱਤੀ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਤਾਰੇ। ਜਿਵੇਂ ਇੱਕ ਮਾਂ ਬੱਚੇ ਨੂੰ ਪਲ ਪਲ ਪਾਲਦੀ ਹੈ, ਮਾਂ ਗਿੱਲੀ ਥਾਂ ਤੇ ਪੈ ਕੇ ਆਪਣੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਗੁਰੂ ਨਾਨਕ ਆਖਦਾ ਮੇਰਾ ਮਾਲਕ ਉਹ ਹੈ, ਉਹ ਹੈ ਮੇਰਾ ਮਾਲਕ। ਸਾਧ ਸੰਗਤ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਿਆ, ਹੋਰ ਕਿਸੇ ਨਾਲ ਨਹੀਂ। ਯਾਦ ਰੱਖਿਓ, ਜਿਹਦੀ ਸਿੱਧੀ ਬਾਦਸ਼ਾਹ ਨਾਲ ਗੱਲਬਾਤ ਹੋਵੇ ਨਾ, ਉਹ ਮੰਤਰੀਆਂ ਵਜ਼ੀਰਾਂ ਨੂੰ ਨਹੀਂ ਪੁੱਛਿਆ ਕਰਦਾ, ਪਰ ਉਹ ਬਦਕਿਸਮਤੀ ਹੁੰਦੀ ਹੈ।
ਜਦੋਂ ਮਨੁੱਖ ਬਾਦਸ਼ਾਹਾਂ ਨਾਲੋਂ ਟੁੱਟ ਕੇ ਸਾਧ ਸੰਗਤ ਜੀ ਬਾਦਸ਼ਾਹ ਦੇ ਕਰਿੰਦਿਆਂ ਦੇ ਚਰਨਾਂ ਵਿੱਚ ਡਿੱਗਣਾ ਸ਼ੁਰੂ ਕਰ ਦਵੇ। ਸਾਨੂੰ ਗੁਰੂ ਨਾਨਕ ਨੇ ਅਕਾਲ ਪੁਰਖ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਨਾਲ ਜੋੜਿਆ। ਤੁਸੀਂ ਬਚਨ ਪੜ੍ਹਦੇ ਹੋ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਗੁਰੂ ਨਾਨਕ ਦਾ ਮਾਲਕ ਉਹ ਹੈ ਜਿਹਦਾ ਵੱਡਾ ਦਰਬਾਰ ਹੈ, ਸੱਚਾ ਤਖਤ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਸਿੱਧਾ ਉਹਦੇ ਨਾਲ ਜੋੜਿਆ ਹੈ। ਪਰ ਜਦੋਂ ਸਿੱਖ ਦਾ ਦਰ ਇੱਕ ਨਾ ਰਹੇ, ਉਹ ਵੱਖ-ਵੱਖ ਥਾਵਾਂ ਤੇ ਮੱਥੇ ਰਗੜਨੇ ਸ਼ੁਰੂ ਕਰ ਦਵੇ ਨਾ, ਉਹਦਾ ਫਿਰ ਕੋਈ ਵਾਲੀ ਵਾਰਸ ਨਹੀਂ ਰਹਿੰਦਾ। ਗੁਰੂ ਨਾਨਕ ਜੀ ਨੇ ਇੱਕ ਨੂੰ ਮੰਨਿਆ ਸੀ, ਇੱਕ ਨੂੰ ਜਪਿਆ ਸੀ, ਇੱਕ ਨੂੰ ਹੀ ਜਪਾਇਆ ਸੀ। ਸਾਧ ਸੰਗਤ ਜੀ ਭੱਟਾਂ ਨੇ ਬੜਾ ਸੋਹਣਾ ਇੱਕ ਬਚਨ ਆਖਿਆ। ਜਦੋਂ ਕਿਤੇ ਨਾ ਗੁਰੂ ਅਮਰਦਾਸ ਜੀ ਸਿਫਤ ਕਰਦੇ ਆ, ਉਹ ਆਖਦੇ ਆ ਤੈ ਪੜਿਓ ਇੱਕ ਮਨ ਧਰਿਓ ਇੱਕ। ਮਹਾਰਾਜ ਤੁਸੀਂ ਇੱਕ ਨੂੰ ਹੀ ਪੜ੍ਹਦੇ ਹੋ, ਇੱਕ ਨੂੰ ਹੀ ਮਨ ਵਿੱਚ ਵਸਾਈ ਬੈਠੇ ਹੋ। ਮਹਾਰਾਜ ਤੁਸੀਂ ਤੁਰਦੇ ਫਿਰਦੇ ਹੋ, ਉਦੋਂ ਵੀ ਇੱਕ ਦੀ ਗੱਲ ਕਰਦੇ ਹੋ। ਜਿਹਦੇ ਕਦੋਂ ਰਾਤ ਨੂੰ ਆਪਣੇ ਆਸਣ ਤੇ ਆਰਾਮ ਕਰਦੇ ਹੋ, ਤੁਹਾਨੂੰ ਸੁਪਨੇ ਵਿੱਚ ਵੀ ਇੱਕ ਰੱਬ ਹੀ ਨਜ਼ਰ ਆਉਂਦਾ ਹੈ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੈ ਲੀਣੋ। ਤੁਸੀਂ ਸੁਪਨੇ ਵਿੱਚ ਵੀ ਇੱਕ ਨੂੰ ਜਪਦੇ ਹੋ, ਪ੍ਰਤੱਖ ਰੂਪ ਵਿੱਚ ਵੀ ਇੱਕ ਦੀ ਗੱਲ ਕਰਦੇ ਹੋ। ਤਾਂ ਹੀ ਤੇ ਸਾਨੂੰ ਮਹਾਰਾਜ ਨੇ ਕਹਿ ਦਿੱਤਾ, ਕਹਿਣ ਲੱਗੇ ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ ਨਾਨਕ ਨਾਮ ਤੇ ਆਈ ਹੈ, ਕਾਰਜ ਆਵੈ ਰਾਸ। ਗੁਰੂ ਨਾਨਕ ਜੀ ਨੇ ਇੱਕ ਨੂੰ ਸਿਮਰਿਆ। ਜਿਸ ਇੱਕ ਪਰਮਾਤਮਾ ਨੇ ਸਭ ਕੁਝ ਰਚਿਆ ਹੈ, ਉਸ ਕਾਦਰ ਤੋਂ ਵੱਡਾ ਕੋਈ ਨਹੀਂ ਹੈ। ਸਾਧ ਸੰਗਤ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਇੱਕ ਬਚਨ ਹੋਰ ਕੀਤਾ ਹੈ। ਕਹਿਣ ਲੱਗੇ ਸਭ ਤੋਂ ਵੱਡਾ ਤੇ ਉਹ ਹੈ ਜਿਨਨੇ ਧਰਤੀ, ਆਕਾਸ਼, ਪਹਾੜ, ਸਮੁੰਦਰ ਸਭ ਕੁਝ ਬਣਾਇਆ। ਜਿਹਦੇ ਅਸੀਂ ਬਚਨ ਵੀ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾਉ ਦੋਈ ਕੁਦਰਤ ਸਾਜ ਕੇ ਕਰ ਆਸਣ ਡਿਠੋ ਚਾਓ। ਪਰਮਾਤਮਾ ਸਭ ਤੋਂ ਵੱਡਾ, ਸਭ ਕੁਝ ਉਹਨੇ ਕੀਤਾ ਹੈ ਤੇ ਨਾਲ ਉਹਨੇ ਸਭ ਕੁਝ ਬਣਾਇਆ ਵੀ ਹੈ। ਤੇ ਜੋ ਕੁਝ ਰੱਬ ਨੇ ਬਣਾਇਆ, ਉਹਨੇ ਆਪਣੀ ਬਣਾਈ ਹੋਈ ਹਰ ਇੱਕ ਚੀਜ਼ ਵਿੱਚ ਆਪਣੇ ਆਪ ਨੂੰ ਸਮਾ ਦਿੱਤਾ। ਉਹ ਹਰ ਇੱਕ ਦੇ ਹਿਰਦੇ ਵਿੱਚ ਨਾ ਆਪਣਾ ਆਸਣ ਡਾ ਕੇ ਬੈਠਾ ਹੋਇਆ ਜੀ ਪ੍ਰਮਾਤਮਾ। ਕਰ ਆਸਣ ਡਿਠੋ ਚਾਓ, ਉਹ ਸਭ ਕੁਝ ਵੇਖਦਾ ਹੈ। ਮਹਾਰਾਜ ਨੇ ਅਗਲਾ ਬਚਨ ਕਿਹਾ, ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ। ਤੇ ਫਿਰ ਕਹਿ ਦਿੱਤਾ ਉਹਦੀ ਇੱਕ ਸਮਰਥਾ ਹੋਰ, ਸਰਬ ਰਹਿਆ ਭਰਪੂਰ ਸੱਚਾ ਸੱਚ ਸੋਈ। ਸੱਚਾ ਸੱਚ ਦਾ ਅਰਥ ਹੈ ਉਹ ਅਬਿਨਾਸੀ ਹੈ। ਜਿਹਨੂੰ ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ਜਿਹਦੀ ਗੱਲ ਕੀਤੀ ਕਿ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਸੱਚਾ ਪ੍ਰਭੂ ਜਦੋਂ ਕੁਝ ਵੀ ਨਹੀਂ ਸੀ, ਉਹ ਉਦੋਂ ਵੀ ਸੀ। ਜਦੋਂ ਉਹਨੇ ਸਭ ਕੁਝ ਬਣਾ ਦਿੱਤਾ, ਉਹ ਹੁਣ ਵੀ ਹੈ। ਤੇ ਯਾਦ ਰੱਖਿਓ, ਜਦੋਂ ਸਭ ਕੁਝ ਖਤਮ ਹੋ ਜਾਏਗਾ, ਉਹਨੇ ਉਦੋਂ ਵੀ ਰਹਿਣਾ ਹੈ। ਸਾਨੂੰ ਐਸੇ ਪਰਮਾਤਮਾ ਦੇ ਨਾਮ ਨਾਲ ਜੋੜਿਆ ਗੁਰੂ ਨਾਨਕ ਜੀ ਨੇ। ਮੈਂ ਬੇਨਤੀ ਕਰਨ ਲੱਗਾ ਸਾਂ ਕਿ ਸਰਬ ਰਹਿਆ ਭਰਪੂਰ। ਸਰਬ ਰਹਿਆ ਭਰਪੂਰ ਤੋਂ ਭਾਵ ਹੈ ਜੋ ਕੁਝ ਪ੍ਰਭੂ ਨੇ ਬਣਾਇਆ ਉਹ ਹਰ ਇੱਕ ਵਿੱਚ ਸਮਾਇਆ ਹੋਇਆ, ਨਿਰਗੁਣ ਸਰੂਪ ਵਿੱਚ ਸਮਾਇਆ। ਸਾਧ ਸੰਗਤ, ਜੇ ਕੋਈ ਕਹੇ ਜੇ ਹਰ ਥਾਂ ਤੇ ਪਰਮਾਤਮਾ ਹੈ, ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ? ਜੇ ਉਹ ਸਰਬ ਰਹਿਆ ਭਰਪੂਰ ਹੈ, ਜੇ ਅਸੀਂ ਬਚਨ ਪੜ੍ਹਦੇ ਹਾਂ ਵੀ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਦੋ ਜੀਆ। ਜੋ ਹਰ ਇੱਕ ਵਿੱਚ ਹੈ, ਊਚ ਨੀਚ ਹਰ ਮਨਮੁਖ ਵਿੱਚ ਵੀ ਹੈ, ਗੁਰਮੁਖ ਵਿੱਚ ਵੀ ਹੈ, ਹਰ ਇੱਕ ਇਨਸਾਨ ਵਿੱਚ ਹੈ ਉਹ ਪਰਮਾਤਮਾ। ਜਰਰੇ ਜਰਰੇ ਵਿੱਚ ਸਮਾਇਆ ਪਿਆ ਹੈ।
ਪਰ ਜਿਨ੍ਹਾਂ ਨੇ ਉਹਨੂੰ ਅਨੁਭਵ ਕੀਤਾ ਹੈ ਨਾ ਸਾਧ ਸੰਗਤ, ਜਿਨ੍ਹਾਂ ਨੇ ਮਾਣਿਆ ਹੈ, ਉਹਨਾਂ ਦੇ ਅੰਦਰੋਂ ਇਹ ਹੂਕ ਨਿਕਲਦੀ ਹੈ ਕਿ ਜਹ ਜਹ ਪੇਖੋ ਤਹ ਹਜੂਰ, ਦੂਰ ਕਤਹੋ ਨਾ ਜਾਈ, ਰਵ ਰਹਿਆ ਸਰਬਤਰ ਮਹਿ, ਮਨ ਸਦਾ ਧਿਆਈ। ਉਹ ਸਰਬਤਰ ਵਿੱਚ ਹੈ, ਜਿਹਨੂੰ ਮਹਾਰਾਜ ਨੇ ਕਹਿ ਦਿੱਤਾ ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮੈਨੂੰ ਦੱਸ ਤੇ ਸਹੀ ਕੋਈ ਬੰਦਾ। ਕਹਿਣ ਲੱਗੇ ਹਰ ਇੱਕ ਵਿੱਚੋਂ ਪਰਮਾਤਮਾ ਹੀ ਬੋਲਦਾ ਪਿਆ ਹੈ, ਹਰ ਇੱਕ ਵਿੱਚ ਪਰਮਾਤਮਾ ਬੈਠਾ। ਸਾਧ ਸੰਗਤ ਜੀ, ਜਿਹੜਾ ਬੰਦਾ ਧਰਮੀ ਹੁੰਦਾ ਹੈ ਨਾ, ਧਰਮ ਨੂੰ ਕਮਾਉਂਦਾ ਹੈ, ਇਹ ਯਾਦ ਰੱਖਿਓ, ਉਹਨੂੰ ਹਰ ਇੱਕ ਮਨੁੱਖ ਵਿੱਚੋਂ ਰੱਬ ਨਜ਼ਰ ਆਉਂਦਾ ਹੈ। ਉਹ ਇਹ ਨਹੀਂ ਆਖਦਾ ਇਹ ਰਾਮ ਰਾਮ ਕਹਿੰਦਾ ਇਹਦੇ ਵਿੱਚ ਮੇਰਾ ਰੱਬ ਨਹੀਂ ਹੈ, ਉਹ ਆਖਦਾ ਇਹਦੇ ਵਿੱਚ ਵੀ ਮੇਰਾ ਪਰਮਾਤਮਾ ਹੈ। ਜਿਹਨੂੰ ਮੈਂ ਵਾਹਿਗੁਰੂ ਵਾਹਿਗੁਰੂ ਕਹਿਣਾ ਵਾ, ਇਹ ਉਹਨੂੰ ਰਾਮ ਰਾਮ ਕਹਿੰਦਾ ਪਿਆ। ਜਿਹੜਾ ਧਰਮੀ, ਸੱਚਾ ਧਰਮੀ, ਉਹ ਅੱਲਾ ਅੱਲਾ ਵੀ ਕਹਿ ਰਿਹਾ ਹੈ ਤੇ ਦੂਜਾ ਉਹ ਤੇ ਸਵਾਲ ਨਹੀਂ ਖੜਾ ਕਰਦਾ। ਉਹ ਆਖਦਾ ਇਹਦੇ ਵਿੱਚ ਵੀ ਰੱਬ ਹੈ ਤੇ ਇਹ ਆਪਣੇ ਰੱਬ ਨੂੰ ਅੱਲਾ ਅੱਲਾ ਕਹਿ ਰਿਹਾ ਹੈ। ਕਿਉਂਕਿ ਸਤਿਗੁਰ ਨੇ ਇਹ ਗਵਾਹੀ ਦਿੱਤੀ ਹੈ ਨਾ, ਮਹਾਰਾਜ ਆਖਦਿਆ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ। ਉਹਦੇ ਨਾਮ ਨੇ, ਰੱਬ ਇੱਕ ਹੈ, ਪਰ ਯਾਦ ਰੱਖਿਓ ਉਹਦੇ ਨਾਮ ਅਨੇਕਾਂ ਨੇ। ਕੋਈ ਕਿਸੇ ਨਾਮ ਨਾਲ ਸਿਮਰਦਾ, ਕੋਈ ਕਿਸੇ ਨਾਮ ਨਾਲ ਚੇਤੇ ਕਰਦਾ। ਜਿੱਥੇ ਰੱਬ ਨੂੰ ਜਿਵੇਂ ਕਿਸੇ ਨੇ ਅਨੁਭਵ ਕੀਤਾ, ਮਨੁੱਖ ਨੇ ਉਸੇ ਤਰ੍ਹਾਂ ਪਰਮਾਤਮਾ ਨੂੰ ਬਿਆਨ ਕੀਤਾ। ਸਾਧ ਸੰਗਤ, ਰੱਬ ਹਰ ਥਾਂ ਤੇ ਸਰਬ ਕਲਾ ਭਰਪੂਰ ਹੈ, ਪਰ ਜੇ ਰੱਬ ਹਰ ਥਾਂ ਤੇ ਹੈ ਸਾਧ ਸੰਗਤ, ਫਿਰ ਕਿਉਂ ਦੁਨੀਆ ਤੋਂ ਕੋਈ ਐਸੀ ਥਾਂ ਹੈ ਜਿੱਥੇ ਰੱਬ ਨਹੀਂ, ਜੋ ਸਰਬ ਕਲਾ ਭਰਪੂਰ ਅਸੀਂ ਕਹਿੰਦੇ ਆ। ਇੱਕ ਵਿਦਵਾਨ ਹੋਇਆ ਜੀ ਸਿੱਖ ਪੰਥ ਵਿੱਚ, ਪ੍ਰੋਫੈਸਰ ਹਰਪਾਲ ਸਿੰਘ ਜੀ ਪੰਨੂ। ਸ਼ਾਇਦ ਤੁਸੀਂ ਉਹਨਾਂ ਦੀ ਬੁੱਕਸ, ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਹੋਣ, ਬੜੇ ਵਿਦਵਾਨ ਨੇ ਉਹ। ਉਹਨੇ ਇੱਕ ਗੱਲ ਕੋਡ ਕੀਤੀ। ਉਹਨਾਂ ਨੇ ਈਰਾਨ ਦੀ ਯੂਨੀਵਰਸਿਟੀ ਵਿੱਚ ਕਾਫੀ ਸਮਾਂ ਸਟੱਡੀ ਕੀਤੀ, ਉੱਥੇ ਪੜ੍ਹਾਇਆ ਵੀ ਉਹਨਾਂ ਨੇ। ਮੈਂ ਇੱਕ ਘਟਨਾ ਦਾ ਜ਼ਿਕਰ ਕਰਨਾ। ਉਹ ਕਹਿਣ ਲੱਗੀ ਵੀ ਈਰਾਨ ਦੀ ਕੈਪੀਟਲ ਹੈ ਤਹਿਰਾਨ, ਉਹਦੀ ਰਾਜਧਾਨੀ ਤਹਿਰਾਨ ਹੈ। ਤਹਿਰਾਨ ਵਿੱਚ ਇੱਕ ਸਕੂਲ ਸੀ, ਜੋ ਲਿਖਦੇ ਆ ਪੰਨੂ ਸਾਹਿਬ ਵੀ ਇੱਕ ਵਾਰ ਨਾ ਉੱਥੇ ਇੱਕ ਅਧਿਆਪਕ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਬੱਚਿਆਂ ਨੂੰ ਪੜ੍ਹਾਉਂਦਾ ਹੋਇਆ ਨਾ, ਰੋਜ਼ ਜਦੋਂ ਵੀ ਉਹਨੇ ਕਲਾਸ ਸ਼ੁਰੂ ਕਰਨੀ, ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਨਾ ਉਹਨੇ ਗੱਲ ਬੱਚਿਆਂ ਨੂੰ ਸਿਖਾਉਣੀ। ਕਹਿਣ ਲੱਗਾ ਬੱਚੋ, ਪਰਮਾਤਮਾ ਹਰ ਥਾਂ ਤੇ ਰਹਿੰਦਾ ਹੈ, ਦੁਨੀਆ ਤੇ ਐਸੀ ਕੋਈ ਥਾਂ ਨਹੀਂ ਜਿੱਥੇ ਅੱਲਾ ਦਾ ਵਾਸਾ ਨਾ ਹੋਵੇ। ਚਲੋ ਸਮਾਂ ਨਿਕਲਦਾ ਗਿਆ ਨਾ। ਇੱਕ ਦਿਨ ਨਾ ਕਾਫੀ ਸਮੇਂ ਬਾਅਦ ਉਹੀ ਟੀਚਰ ਕਲਾਸ ਵਿੱਚ ਆਉਂਦਾ ਹੈ ਤੇ ਅੱਜ ਉਹਨੇ ਆਪਣੀ ਗੱਲ ਬਦਲ ਦਿੱਤੀ। ਪਹਿਲਾਂ ਰੋਜ਼ ਆ ਕੇ ਕਲਾਸ ਵਿੱਚ ਪੜ੍ਹਾਉਂਦਾ ਸੀ ਵੀ ਪਰਮਾਤਮਾ ਹਰ ਥਾਂ ਤੇ ਰਹਿੰਦਾ ਹੈ, ਪਰ ਅੱਜ ਆ ਕੇ ਉਹਦਾ ਸਵਾਲ ਪਤਾ ਕੀ ਸੀ? ਕਹਿਣ ਲੱਗਾ ਬੱਚੋ, ਮੈਨੂੰ ਉਹ ਥਾਂ ਦੱਸੋ ਜਿੱਥੇ ਪਰਮਾਤਮਾ ਨਹੀਂ ਰਹਿੰਦਾ। ਕੋਈ ਥਾਂ ਦੱਸੋ। ਹੁਣ ਬੱਚਿਆਂ ਨੂੰ ਤੇ ਪੜ੍ਹਾਇਆ ਗਿਆ ਵੀ ਪਰਮਾਤਮਾ ਦਾ ਵਾਸਾ ਹਰ ਥਾਂ ਤੇ ਹੈ, ਪਰ ਜਦੋਂ ਸਿਲੇਬਸ ਤੋਂ ਬਾਹਰ ਕੋਈ ਕੁਐਸਚਨ ਨਾ ਜਾਏ, ਪਰ ਬੱਚਿਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਨਾ। ਬੱਚੇ ਕਹਿਣ ਲੱਗੇ ਵੀ ਟੀਚਰ ਜੀ, ਤੁਸੀਂ ਰੋਜ਼ ਸਾਨੂੰ ਪੜ੍ਹਾਉਂਦੇ ਹੋ ਤੇ ਅੱਜ ਸਵਾਲ ਉਲਟਾ ਕਰ ਦਿੱਤਾ ਹੈ। ਹੁਣ ਬੱਚਾ ਹੱਥ ਕਿਹੜਾ ਖੜਾ ਕਰੇ, ਕਿਉਂਕਿ ਸਵਾਲ ਹੈ ਗਲਤ। ਪਰ ਹੁੰਦਾ ਪਤਾ ਕੀ ਹੈ ਜੀ, ਥੋੜਾ ਜਿਹਾ ਧਿਆਨ ਦਿਆ ਜੇ। ਕਲਾਸ ਦੇ ਸਭ ਤੋਂ ਪਿੱਛੇ ਇੱਕ ਬੱਚਾ ਬੈਠਾ ਹੁੰਦਾ ਹੈ, ਉਹ ਹੱਥ ਖੜਾ ਕਰਦਾ ਹੈ। ਕਹਿਣ ਲੱਗਾ ਜੀ ਮੈਂ ਜਵਾਬ ਦਿਆਂ ਇਸ ਸਵਾਲ ਦਾ ਵੀ ਦੁਨੀਆ ਤੇ ਕਿਹੜੀ ਥਾਂ ਹੈ ਜਿੱਥੇ ਰੱਬ ਨਹੀਂ ਰਹਿੰਦਾ। ਟੀਚਰ ਨੇ ਬੱਚੇ ਨੂੰ ਅੱਗੇ ਬੁਲਾ ਲਿਆ। ਕਹਿਣ ਲੱਗਾ ਤੂੰ ਜਾਣਦਾ? ਕਹਿਣ ਲੱਗਾ ਜੀ ਹਾਂ ਜਾਣਦਾ ਵਾਂ। ਕਹਿਣ ਲੱਗੇ ਦੱਸ ਫਿਰ। ਤੁਸੀਂ ਸੋਚ ਸਕਦੇ ਹੋ ਬੱਚੇ ਨੇ ਕਿੱਥੋਂ ਗੱਲ ਕੀਤੀ, ਉਸ ਬੱਚੇ ਦੀ ਸੋਚ ਕਿੱਥੋਂ ਤੱਕ ਹੋਵੇਗੀ। ਉਸ ਬੱਚੇ ਦਾ ਜਵਾਬ ਪਤਾ ਕੀ ਸੀ? ਇਸ ਗੱਲ ਨੂੰ ਅਸੀਂ ਆਪਣੇ ਅੰਦਰ ਵੀ ਦੇਖਣਾ ਹੈ ਜੀ, ਜ਼ਰੂਰ ਦੇਖਿਓ ਅਸੀਂ ਜਿੰਨੇ ਬੈਠੇ ਆ। ਉਸ ਬੱਚੇ ਦਾ ਸਵਾਲ ਸੀ ਜੋ ਉਹਨੇ ਉੱਤਰ ਦਿੱਤਾ ਸਵਾਲ ਦਾ। ਬੱਚਾ ਕਹਿਣ ਲੱਗਾ ਜੀ ਤੁਸੀਂ ਪੁੱਛਿਆ
ਉਹ ਕਿਹੜੀ ਥਾਂ ਹੈ ਜਿੱਥੇ ਰੱਬ ਨਹੀਂ ਰਹਿੰਦਾ? ਕਹਿਣ ਲੱਗੇ ਇੱਕ ਥਾਂ ਹੈ, ਬਾਕੀ ਹਰ ਥਾਂ ਤੇ ਰੱਬ ਰਹਿੰਦਾ ਹੈ, ਹਰ ਪਲ ਰਹਿੰਦਾ ਹੈ। ਪਰ ਉਹ ਥਾਂ ਪਤਾ ਕਿਹੜੀ ਹੈ? ਕਹਿਣ ਲੱਗਾ ਜੀ ਉਹ ਥਾਂ ਹੈ ਬੰਦੇ ਦਾ ਚੇਤਾ। ਬੰਦੇ ਦੇ ਚੇਤੇ ਵਿੱਚ ਰੱਬ ਨਹੀਂ ਰਹਿੰਦਾ, ਬੰਦੇ ਦੇ ਚੇਤੇ ਵਿੱਚੋਂ ਰੱਬ ਬੜੀ ਛੇਤੀ ਨਿਕਲਦਾ ਹੈ। ਰੱਬ ਸਾਡੇ ਹਿਰਦੇ ਵਿੱਚ ਹੈ, ਅਸੀਂ ਕਹਿੰਦੇ ਆ ਮੇਰੇ ਅੰਦਰ ਹੈ, ਉਹ ਅੰਦਰ ਹੈ ਤਾਂ ਹੀ ਮੇਰੀ ਬੋਡੀ ਹਰਕਤ ਵਿੱਚ ਹੈ, ਪਰ ਮੇਰੇ ਚੇਤੇ ਵਿੱਚ ਰੱਬ ਨਹੀਂ ਹੈ। ਮੇਰੇ ਪਾਤਸ਼ਾਹ ਨੂੰ ਤਾਂ ਹੀ ਗੱਲ ਕਹਿਣੀ ਪੈ ਗਈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ। ਮੇਰੇ ਮਾਲਕ ਨੂੰ ਤਾਂ ਹੀ ਕਹਿਣਾ ਪੈ ਗਿਆ, ਰਸਨਾ ਰਮਤ ਸੁਨਤ ਸੁਖ ਸਰਵਣਾ, ਚਿਤ ਚੇਤੇ ਸੁਖ ਹੋਈ। ਜਦੋਂ ਤੇਰੇ ਚੇਤੇ ਵਿੱਚ ਰਹੇਗਾ, ਇਹਨੂੰ ਥੋੜਾ ਜਿਹਾ ਡੀਪਲੀ ਲਿਓ, ਚੇਤੇ ਵਿੱਚ ਕਿਵੇਂ ਰਹਿੰਦਾ ਹੈ? ਸਾਧ ਸੰਗਤ ਅਸੀਂ ਇੱਥੇ ਬੈਠੇ ਆ, ਤੁਸੀਂ ਦਰਸ਼ਨ ਕਰ ਰਹੇ ਹੋ, ਤੁਸੀਂ ਕਥਾ ਸੁਣ ਰਹੇ ਹੋ, ਤੁਸੀਂ ਕੀਰਤਨ ਸੁਣੋ, ਤੁਸੀਂ ਮਗਨ ਹੋਵੋਗੇ, ਸ਼ਬਦ ਵਿੱਚ ਲੀਨ ਹੋਵਾਂਗੇ। ਪਰ ਜਦੋਂ ਹੀ ਅਸੀਂ ਗੁਰਦੁਆਰਾ ਸਾਹਿਬ ਦੀ ਦਹਲੀਜ਼ ਨੂੰ ਕ੍ਰੋਸ ਕਰ ਜਾਵਾਂਗੇ, ਯਾਦ ਰੱਖਿਓ ਜਿਵੇਂ ਇੱਥੇ ਹਾਂ ਅਸੀਂ ਬਾਹਰ ਉਵੇਂ ਨਹੀਂ ਹੋਵਾਂਗੇ, ਨਹੀਂ ਹੋਵਾਂਗੇ। ਜੇ ਰੱਬ ਹਰ ਪਲ ਮੈਨੂੰ ਚੇਤੇ ਹੈ, ਮੈਂ ਕੋਈ ਮਾੜਾ ਕਰਮ ਕਰਾਂਗਾ 100 ਵਾਰ ਸੋਚਾਂਗਾ ਰੱਬ ਮੈਨੂੰ ਦੇਖ ਰਿਹਾ ਹੈ, ਰੱਬ ਮੈਨੂੰ ਕੀ ਕਹੇਗਾ, ਮੈਂ ਕਿਹੋ ਜਿਹਾ ਕਰਮ ਕਰ ਰਿਹਾ ਵਾਂ। ਸਾਡੀ ਆਦਤ ਹੀ ਇਹ ਹੈ, ਜਦੋਂ ਕਿਤੇ ਸਾਹਮਣੇ ਮੌਤ ਨੂੰ ਵੇਖ ਲਈ ਉਦੋਂ ਰੱਬ ਨਜ਼ਰ ਆ ਜਾਂਦਾ ਹੈ, ਕੋਈ ਦੁੱਖ ਆਵੇ ਉਦੋਂ ਰੱਬ ਚੇਤੇ ਆ ਜਾਂਦਾ ਹੈ, ਕੋਈ ਤਕਲੀਫ ਆਵੇ ਉਦੋਂ ਰੱਬ ਚੇਤੇ ਆਉਂਦਾ ਹੈ। ਜਦੋਂ ਵਿਸ਼ੇ ਵਿਕਾਰਾਂ ਨੂੰ ਭੋਗਦੇ ਆ, ਦੁਨੀਆ ਦੇ ਸੁੱਖਾਂ ਨੂੰ ਮਾਣਦੇ ਆ, ਉਦੋਂ ਰੱਬ ਕਿਉਂ ਨਹੀਂ ਚੇਤੇ ਆਉਂਦਾ ਬਈ? ਇਹਦਾ ਮਤਲਬ ਨਿਕਲਦਾ ਬੜੀ ਛੇਤੀ ਹਿਰਦੇ ਵਿੱਚੋਂ। ਯਾਦ ਰੱਖਿਓ, ਸਤਿਗੁਰ ਨੇ ਸਿੱਖ ਨੂੰ ਇੰਨਾ ਕੁ ਬਰੀਕ ਲੈ ਕੇ ਗਏ ਆ। ਮਹਾਰਾਜ ਕਹਿਣ ਲੱਗੇ ਤੂੰ ਕੁਝ ਵੀ ਕਰੇ, ਰੱਬ ਤੈਨੂੰ ਭੁੱਲਣਾ ਨਹੀਂ ਚਾਹੀਦਾ, ਤੇਰੇ ਚੇਤੇ ਵਿੱਚ ਰਹਿਣਾ ਚਾਹੀਦਾ। ਇੱਕ ਬਚਨ ਹੈ, ਵੇਖੋ ਇਹਦੇ ਅਰਥ ਬੜੇ ਤਰੀਕੇ ਨਾਲ ਕੀਤੇ ਜਾਂਦੇ ਆ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਤੋਂ ਰੱਬ ਨਾ ਭੁੱਲੇ। ਹੁਣ ਕਿਉਂ ਨਹੀਂ ਭੁੱਲੇਗਾ? ਜਦੋਂ ਮੇਰੇ ਚੇਤੇ ਵਿੱਚ ਹੋਵੇਗਾ, ਮੇਰੀ ਸਿਮਰਤੀ ਵਿੱਚ ਹੋਏਗਾ, ਉਦੋਂ ਨਹੀਂ ਮੈਨੂੰ ਭੁੱਲਣਾ। ਸਾਧ ਸੰਗਤ ਜੀ, ਸਾਡੀ ਸਿਮਰਤੀ ਵਿੱਚ ਬੜਾ ਕੁਝ ਰਹਿੰਦਾ ਹੈ, ਬਸ ਰੱਬ ਨਹੀਂ ਰਹਿੰਦਾ। ਇਹ ਅਫਸੋਸ ਹੈ। ਪਤਾ ਕਿਵੇਂ? ਮੈਨੂੰ ਮੰਨ ਲਓ ਅੱਜ ਕਿਸੇ ਮਨੁੱਖ ਨੇ ਕੋਈ ਗੱਲ ਕਹੀ ਹੈ, ਕੋਈ ਮਾੜੇ ਸ਼ਬਦ ਬੋਲ ਦਿੱਤੇ ਨਾ, ਉਹ ਮੇਰੇ ਅਨਕੌਂਸ਼ੀਅਸ ਮਾਈਂਡ ਨੇ ਕੈਚ ਕਰ ਲਏ, ਉਹ ਅੰਦਰ ਟਿਕ ਗਿਆ ਸਿਮਰਤੀ ਵਿੱਚ। ਮੇਰੇ ਕੁਝ ਸਾਲ ਨਿਕਲਣਗੇ, ਉਹ ਬੰਦਾ ਮੇਰੇ ਸਾਹਮਣੇ ਆਏਗਾ ਨਾ, ਮੇਰਾ ਮਾਈਂਡ, ਮੇਰੀ ਸਿਮਰਤੀ ਉਹਦੇ ਕਹੇ ਹੋਏ ਬੋਲ ਮੇਰੇ ਸਾਹਮਣੇ ਲੈ ਆਏਗਾ। ਮੈਨੂੰ ਕਹੇਗਾ ਇਹ ਉਹੀ ਬੰਦਾ ਹੈ ਜਿਨਨੇ ਤੈਨੂੰ ਆ ਗੱਲ ਕਹੀ ਸੀ। ਉਹ ਮੈਨੂੰ ਚੇਤੇ ਆ ਗਿਆ ਕਿਉਂਕਿ ਮੇਰੀ ਸਿਮਰਤੀ ਵਿੱਚ ਕੈਚ ਹੋ ਗਿਆ। ਜਦੋਂ ਪਰਮਾਤਮਾ ਚੇਤੇ ਵਿੱਚ ਰਹੇਗਾ, ਸਾਧ ਸੰਗਤ ਜੀ ਤੁਹਾਨੂੰ ਕਦੀ ਨਹੀਂ ਭੁੱਲਦਾ। ਪਰ ਪਤਾ ਗੱਲ ਕੀ ਹੈ, ਸਾਨੂੰ ਰੱਬ ਜਾਂ ਤੇ ਦੁੱਖ ਵੇਲੇ ਚੇਤੇ ਆਉਂਦਾ ਹੈ, ਜਾਂ ਕੋਈ ਜਦੋਂ ਹਰ ਪਾਸਿਓਂ ਰਸਤੇ ਬੰਦ ਹੋ ਜਾਣ ਉਦੋਂ ਚੇਤੇ ਆਉਂਦਾ ਹੈ। ਇੱਕ ਬਚਨ ਹੈ ਕਬੀਰ ਸਾਹਿਬ ਜੀ ਦਾ, ਕਹਿਣ ਲੱਗੇ ਤੂੰ ਲੋੜ ਵੇਲੇ ਉਹਨੂੰ ਚੇਤੇ ਕਰਦਾ, ਕੰਮ ਪੈਣ ਵੇਲੇ। ਤੇ ਜਿਹੜਾ ਕੰਮ ਪੈਣ ਵੇਲੇ, ਲੋੜ ਵੇਲੇ ਚੇਤੇ ਕਰੇ, ਉਹਨੂੰ ਪਤਾ ਕੀ ਕਿਹਾ ਜਾਂਦਾ ਹੈ? ਉਹਨੂੰ ਸੈਲਫਿਸ਼ ਕਿਹਾ ਜਾਂਦਾ ਹੈ, ਉਹਨੂੰ ਸਵਾਰਥੀ ਕਿਹਾ ਜਾਂਦਾ ਹੈ। ਕਿ ਅਸੀਂ ਸੈਲਫਿਸ਼ ਹਾਂ ਕਿ ਅਸੀਂ ਉਹਨੂੰ ਕੰਮ ਵੇਲੇ ਚੇਤੇ ਕਰਨਾ? ਪਰ ਦੇਖੋ, ਸਾਡਾ ਤੇ ਕੰਮ ਹੀ ਰੱਬ ਨੂੰ ਚੇਤੇ ਕਰਨਾ ਸੀ, ਨਾ ਕਿ ਕੰਮ ਵੇਲੇ ਚੇਤੇ ਕਰਨਾ ਸੀ। ਆਹੀ ਫਰਕ ਹੈ ਇੱਕ ਸੰਸਾਰੀ ਬੰਦੇ ਵਿੱਚ ਤੇ ਇੱਕ ਨਿਰੰਕਾਰ ਨੂੰ ਮੰਨਣ ਵਾਲੇ ਵਿੱਚ। ਅਸੀਂ ਰੱਬ ਨੂੰ ਕੰਮ ਪੈਣ ਵੇਲੇ ਚੇਤੇ ਕਰਦੇ ਆ, ਤੇ ਜਿਹੜਾ ਰੱਬ ਨੂੰ ਦਿਨ ਰਾਤ ਆਰਾਧਦਾ ਨਾ, ਸਾਧ ਸੰਗਤ, ਉਹ ਆਖਦਾ ਮੇਰੀ ਜ਼ਿੰਦਗੀ ਦਾ ਤੇ ਕੰਮ ਹੀ ਰੱਬ ਰੱਬ ਕਰਨਾ ਹੈ। ਉਹ ਇਸ ਪੈਟਰਨ ਤੇ ਤੁਰਦਾ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਵੇਖੋ, ਆ ਸਾਡਾ ਮਨੋਰਥ ਹੈ, ਸਾਡਾ ਮੋਟੋ ਹੈ ਸਾਡੀ ਲਾਈਫ ਦਾ। ਇਹ ਬਚਨ ਪਤਾ ਨਹੀਂ ਮੈਂ ਕਿੰਨੀ ਵਾਰ ਪੜ੍ਹਦਾ ਵਾਂ ਨਾ,
ਅਸੀਂ ਸਾਰੇ ਕਿੰਨੀ ਵਾਰ ਪੜ੍ਹੇ ਆ ਬੋਲ ਕਿ ਭਈ ਪ੍ਰਾਪਤ ਮਨੁੱਖ ਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮਲ, ਸਾਧ ਸੰਗਤ ਭਜ ਕੇਵ ਨਾ। ਮੈਂ ਪੜ੍ਹ ਪੜ੍ਹ ਕੇ ਇਹਨੂੰ ਮੈਨੂੰ ਯਾਦ ਹੋ ਗਿਆ, ਪਰ ਕੀ ਮੈਂ ਆਪਣੀ ਜ਼ਿੰਦਗੀ ਸਭ ਤੋਂ ਵੱਡੀ ਅਹਿਮੀਅਤ ਰੱਬ ਨੂੰ ਦਿੱਤੀ ਹੈ? ਸੋਚੀਏ ਕਦੀ। ਹਰ ਬੰਦੇ ਨੂੰ ਆਪਣੀ ਲਾਈਫ ਦਾ ਸਾਧ ਸੰਗਤ ਜੀ ਡਾਇਲਿਸਿਸ ਕਰਦੇ ਰਹਿਣਾ ਚਾਹੀਦਾ, ਜ਼ਰੂਰੀ ਹੈ। ਤੁਸੀਂ ਰਾਤ ਨੂੰ ਜ਼ਰੂਰ ਆਪਣੇ ਬੈੱਡ ਤੇ ਬੈਠ ਕੇ ਸੋਚੋ ਸੌਣ ਤੋਂ ਪਹਿਲਾਂ ਕਿ ਅੱਜ ਸਾਰਾ ਦਿਨ ਮੈਂ ਕਿੰਨਾ ਕੁ ਰੱਬ ਚੇਤੇ ਕੀਤਾ, ਮੈਂ ਕਿੰਨੀ ਕੁ ਬਾਣੀ ਪੜ੍ਹੀ ਹੈ, ਮੈਂ ਕਿੰਨਿਆਂ ਤੋਂ ਮਾੜਾ ਕੀਤਾ, ਮੈਂ ਕਿੰਨਿਆਂ ਦਾ ਭਲਾ ਕੀਤਾ। ਜਦੋਂ ਤੁਸੀਂ ਰੋਜ਼ ਹਰ ਦਿਨ ਦਾ ਲੇਖਾ ਜੋਖਾ ਕਰਨਾ ਸ਼ੁਰੂ ਕਰ ਦੋਗੇ, ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਮੈਂ ਕਿੱਥੇ ਖੜਾ ਹਾਂ। ਇਹ ਜ਼ਰੂਰੀ ਹੈ ਜੀ, ਜ਼ਿੰਦਗੀ ਵਿੱਚ ਕਰਨਾ ਚਾਹੀਦਾ। ਮੇਰੇ ਸੱਚੇ ਪਾਤਸ਼ਾਹ ਜੀ ਆਖਦੇ ਆ, ਉਹ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਉਹਨੂੰ ਚੇਤੇ ਕਰ। ਹਜ਼ੂਰ ਕਹਿਣ ਲੱਗੇ, ਨਾਨਕ ਕਾ ਪ੍ਰਭ ਸੋਏ, ਜਿਸ ਕਾ ਸਭ ਕੋਏ, ਸਰਬ ਰਹਿਆ ਭਰਪੂਰ, ਸੱਚਾ ਸੱਚ ਸੋਏ। ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਹੈ, ਉਹ ਸੱਚਾ ਹੈ, ਅਬਿਨਾਸੀ ਹੈ, ਉਹਦੇ ਵਰਗੀ ਵਡਿਆਈ ਕਿਸੇ ਦੀ ਨਹੀਂ। ਹੁਣ ਸ਼ਬਦ ਦੀਆਂ ਆਰੰਭ ਦੀਆਂ ਤੁਕਾਂ ਨੇ, ਜਿਸ ਸਿਮਰਤ ਦੁਖ ਜਾਏ, ਸਹਜ ਸੁਖ ਪਾਈ ਹੈ। ਜਿਸ ਪ੍ਰਭੂ ਨੂੰ ਸਿਮਰਨ ਦੇ ਨਾਲ, ਜਿਹਨੂੰ ਯਾਦ ਕਰਨ ਨਾਲ, ਜਿਹਨੂੰ ਧਿਆਉਣ ਦੇ ਨਾਲ ਸਹਜ ਸੁਖ ਪਾਈ ਹੈ। ਸਹਜ ਤੋਂ ਭਾਵ ਹੈ ਆਤਮਿਕ ਸੁਖ, ਆਤਮਿਕ ਆਨੰਦ। ਸਾਧ ਸੰਗਤ, ਇੱਕ ਸੁਖ ਹੁੰਦਾ ਬਾਹਰੀ ਸੁਖ, ਦੁਨਿਆਵੀ ਸੁਖ, ਇੱਕ ਹੁੰਦਾ ਆਤਮਿਕ ਸੁਖ। ਯਾਦ ਰੱਖਿਓ, ਦੁਨਿਆਵੀ ਸੁਖ ਓਨਾ ਜ਼ਰੂਰੀ ਨਹੀਂ ਹੁੰਦਾ ਜਿੰਨਾ ਆਤਮਿਕ ਤੇ ਸਹਿਜ ਸੁਖ ਹੁੰਦਾ ਹੈ। ਬਾਹਰੀ ਸੁਖ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ, ਪਰ ਆਤਮਿਕ ਸੁਖ ਦੌਲਤ ਨਾਲ ਨਹੀਂ ਖਰੀਦਿਆ ਜਾ ਸਕਦਾ। ਸਿੱਧੀ ਜੀ ਗੱਲ। ਤੁਸੀਂ ਕੀਮਤੀ ਤੋਂ ਕੀਮਤੀ ਬੈੱਡ ਖਰੀਦ ਸਕਦੇ ਹੋ, ਪਰ ਨੀਂਦ ਨਹੀਂ ਖਰੀਦ ਸਕਦੇ। ਤੁਸੀਂ ਨੀਂਦ ਨਹੀਂ ਖਰੀਦੀ ਜਾ ਸਕਦੀ। ਤੁਸੀਂ ਆਪਣੇ ਬੈੱਡ ਵਿੱਚ ਹੀਰੇ ਮੋਤੀ ਜੜਾ ਲਵੋਗੇ, ਪਰ ਨੀਂਦ ਕਿੱਥੋਂ ਖਰੀਦ ਲੋਗੇ? ਸਤਿਗੁਰ ਨੇ ਆਖਿਆ, ਜਿਹੜਾ ਆਤਮਿਕ ਸੁਖ ਹੈ ਉਹ ਪ੍ਰਭੂ ਦੇ ਨਾਮ ਨੂੰ ਸਿਮਰ ਕੇ ਮਿਲਣਾ। ਦੁਨੀਆ ਤੇ 70% ਬੰਦੇ ਉਹ ਵਾ ਜਿਹੜੇ ਡਿਪਰੈਸ਼ਨ ਦੇ ਮਰੀਜ਼ ਆ, ਡਿਪਰੈਸ਼ਨ ਨੇ। ਉਹਨਾਂ ਕੋਲ ਸਭ ਕੁਝ ਹੈ, ਪਰ ਅੰਦਰ ਦਾ ਸਕੂਨ ਨਹੀਂ ਹੈ, ਅੰਦਰ ਦਾ ਚੈਨ ਨਹੀਂ ਹੈ। ਉਹ ਕਿਵੇਂ ਆਉਂਦਾ ਹੈ? ਉਹ ਆਉਂਦਾ ਮੈਡੀਟੇਸ਼ਨ ਤੋਂ, ਸਿਮਰਨ ਚੋਂ, ਅਭਿਆਸ ਤੋਂ। ਜਦੋਂ ਤੁਸੀਂ ਅਭਿਆਸ ਕਰੋਗੇ, ਮੇਰੇ ਮਾਲਕ ਨੇ ਕਿਹਾ, ਜਿਸ ਸਿਮਰਤ ਦੁੱਖ ਜਾਏ, ਸਹਜ ਸੁਖ ਪਾਈ ਹੈ। ਇਸੇ ਨੂੰ ਹਜ਼ੂਰ ਨੇ ਥੋੜਾ ਹੋਰ ਐਕਸਪਲੇਨ ਕੀਤਾ ਹੈ। ਤੁਸੀਂ ਇੱਕ ਬਚਨ ਪੜ੍ਹਦੇ ਹੋ, ਮਹਾਰਾਜ ਕਹਿਣ ਲੱਗੇ, ਤੂੰ ਨਾਮ ਜਪ, ਤੂੰ ਸਿਮਰਨ ਕਰ, ਤੈਨੂੰ ਮੈਂ ਲਿਖ ਕੇ ਦੇ ਦਿੰਨਾ ਵਾਂ। ਤੈਨੂੰ ਦੁਨੀਆ ਦਾ ਸੁੱਖ ਤੇ ਮਿਲੇਗਾ, ਤੈਨੂੰ ਮੈਂ ਪਰਲੋਕ ਦਾ ਸੁੱਖ ਵੀ ਦੇ ਦਿਆਂਗਾ। ਪਰਲੋਕ ਦਾ ਸੁੱਖ ਉਸੇ ਨੂੰ ਮਿਲਦਾ ਜਿਹਦੇ ਅੰਦਰ ਸਹਿਜ ਸੁੱਖ ਹੁੰਦਾ ਹੈ। ਸਹਿਜ ਸੁੱਖ ਤੋਂ ਬਗੈਰ ਪਰਲੋਕ ਦਾ ਸੁੱਖ ਤੇ ਅਧੂਰਾ ਹੈ। ਪਰਲੋਕ ਵਿੱਚ ਥਾਂ ਮਿਲਦੀ ਹੀ ਨਹੀਂ। ਮਹਾਰਾਜ ਦਾ ਇੱਕ ਬਚਨ ਹੈ, ਸ਼ਬਦ ਆਰੰਭ ਹੁੰਦਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਅੱਗੇ ਪੜੋ, ਕਹਿਣ ਲੱਗੇ, ਜਪ ਮਨ ਸਤਨਾਮ, ਸਦਾ ਸਤਨਾਮ। ਤੇ ਕਹਿ ਦਿੱਤਾ, ਜਦੋਂ ਤੂੰ ਸਦਾ ਸਤਨਾਮ ਵਾਹਿਗੁਰੂ ਜਪਦਾ ਰਹੇਗਾ, ਤੈਨੂੰ ਮੈਂ ਲਿਖ ਕੇ ਦੇ ਦਿੰਨਾ ਵਾਂ, ਹਾਲਤ ਭਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਤੂੰ ਉਹਨੂੰ ਨਿਤ ਧਿਆ, ਉਹਨੂੰ ਨਿਤ ਸਿਮਰ ਪਰਮਾਤਮਾ ਨੂੰ। ਜਿਸ ਪਰਮਾਤਮਾ ਦੇ ਸਿਮਰਨ ਚੋਂ ਆਤਮਿਕ ਸੁੱਖ ਮਿਲਦਾ ਹੈ। ਹਜ਼ੂਰ ਦਾ ਇੱਕ ਬਚਨ ਹੋਰ ਹੈ, ਕਹਿਣ ਲੱਗੇ, ਸੁਖ ਨਾਹੀ ਬਹੁਤਾ ਤਨ ਖਾਟੇ, ਸੁਖ ਨਾਹੀ ਪੇਖੇ ਨਿਰਤ ਨਾਟੇ, ਸੁਖ ਨਾਹੀ ਬੋ ਦੇਸ਼ ਕਮਾਏ। ਫਿਰ ਕਹਿ ਦਿੱਤਾ, ਸੁਖ ਕਿੱਥੋਂ ਮਿਲਣਾ? ਸਰਬ ਸੁਖਾਂ ਹਰ ਹਰ ਗੁਣ ਗਾਏ। ਹਰੀ ਦੇ ਗੁਣ ਗਾ,
ਪਾਤਸ਼ਾਹ ਫਿਰ ਅੱਗੇ ਆਖਦੇ ਆ, ਰੈਣ ਦਿਨਸ ਕਰ ਜੋੜ ਹਰ ਹਰ ਧਿਆਈਐ। ਦਿਨ ਰਾਤ ਦੋਵੇਂ ਹੱਥ ਜੋੜ ਕੇ ਮਾਲਕ ਦੇ ਚਰਨਾਂ ਵਿੱਚ ਤਰਲਾ ਕਰ, ਦਿਨ ਰਾਤ ਨਾਮ ਜਪਦਾ ਰਿਹਾ ਕਰ। ਇਹ ਨਾ ਕਰਿਆ ਕਰ ਕਿ ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੇਰੇ ਜੈਸਾ ਜਨਮ ਹੈ ਕੌਡੀ ਬਦਲੇ ਜੇ। ਆ ਨਾ ਜੀਵਨ ਬਣੇ, ਤੈਨੂੰ ਦਿਨ ਰਾਤ ਰੱਬ ਚੇਤੇ ਆਏ। ਫਿਰ ਅੱਗੇ ਆਖਦਿਆ, ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ। ਉਹ ਪਰਮਾਤਮਾ ਜਿਹਨੂੰ ਮੈਂ ਨਿਤ ਸਿਮਰਨਾ ਹੈ, ਉਹ ਅੰਦਰ ਵੀ ਹੈ, ਉਹ ਬਾਹਰ ਵੀ ਹੈ। ਮੇਰੇ ਅੰਦਰ ਵੀ ਹੈ, ਬਾਹਰ ਵੀ ਹੈ। ਤੇ ਕਹਿਣ ਲੱਗੇ, ਉਹੀ ਹਮੇਸ਼ਾ ਸਹਾਈ ਹੋਣ ਵਾਲਾ ਹੈ। ਉਹ ਤੋਂ ਵੱਡਾ ਸਹਾਈ ਦੁਨੀਆ ਤੇ ਕੋਈ ਨਹੀਂ ਹੈ ਜੀ। ਦੁਨੀਆ ਦੇ ਭਾਵੇਂ ਬੰਦਾ ਕਹੀ ਜਾਏ, ਮੇਰੇ ਮਿੱਤਰ ਮੇਰੇ ਸਹਾਈ, ਮੇਰੇ ਪਰਿਵਾਰ ਮੇਰਾ ਸਹਾਈ, ਮੇਰੇ ਯਾਰ ਦੋਸਤ, ਮੇਰੇ ਸਾਕ ਸੰਬੰਧੀ, ਇਹ ਸਭ ਇੱਥੋਂ ਤੱਕ ਆ। ਜਿੱਦਣ ਤੁਹਾਡੀ ਬੋਡੀ ਨੇ ਮੁੱਕਣਾ, ਕਿਸੇ ਨੇ ਨਾ ਨਹੀਂ ਜੀ ਜਾਣਾ, ਕਿਸੇ ਨੇ ਵੀ। ਤਾਂ ਹੀ ਤੇ ਮਹਾਰਾਜ ਨੇ ਕਹਿ ਦਿੱਤਾ, ਈਤ ਊਤ ਨਹੀਂ ਵਿਛੁੜੈ ਸੋ ਸੰਗੀ ਗਣੀਐ। ਉਹ ਰੱਬ ਇੱਥੇ ਵੀ ਸਾਥ ਨਹੀਂ ਛੱਡਦਾ, ਅੱਗੇ ਵੀ ਸਾਥ ਨਹੀਂ ਛੱਡੇਗਾ। ਉਹ ਐਸਾ ਹੈ, ਉਸ ਪਰਮਾਤਮਾ ਨਾਲ ਆਪਣੀ ਜਾਣ ਪਛਾਣ ਬਣਾ, ਭਾਵ ਉਹਨੂੰ ਅਨੁਭਵ ਕਰ। ਤਿਸੇ ਅਰਾਧ ਮਨਾ ਬਿਨਾਸੈ ਸਗਲ ਰੋਗ। ਉਸ ਪਰਮਾਤਮਾ ਨੂੰ ਅਰਾਧ, ਜਿਹੜਾ ਤੇਰੀ ਜ਼ਿੰਦਗੀ ਦੇ ਸਾਰੇ ਦੁੱਖ ਮਿਟਾ ਦੇਗਾ। ਆਤਮਿਕ ਦੁੱਖ ਵੀ ਮਿਟਣਗੇ, ਸ਼ਾਰੀਰਿਕ ਦੁੱਖ ਵੀ ਮਿਟਣਗੇ। ਨਾਮ ਜਪਣ ਨਾਲ ਜੀ ਜ਼ਿੰਦਗੀ ਦਾ ਕੋਈ ਦੁੱਖ ਨਹੀਂ ਵਿਆਪਦਾ, ਸਾਰੇ ਦੁੱਖ ਮਿਟ ਜਾਂਦੇ ਆ। ਹਜ਼ੂਰ ਕਹਿਣ ਲੱਗੇ, ਉਹ ਇਹੋ ਜਿਹਾ ਹੈ, ਰਾਖਣ ਹਾਰ ਅਪਾਰ ਰਾਖੈ ਅਗਨ ਮਾਹੇ। ਉਹ ਇਹੋ ਜਿਹਾ ਰਖਵਾਲਾ ਹੈ ਪ੍ਰਭੂ, ਜਿਵੇਂ ਪਰਮਾਤਮਾ ਨੇ ਤੈਨੂੰ ਬਲਦੀ ਹੋਈ ਅੱਗ ਚੋਂ ਰੱਖਿਆ, ਮਾਤਾ ਦੇ ਉਦਰ ਦੀ ਅੱਗ ਚੋਂ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ ਨਾ, ਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉ ਮਨਹੁ ਵਿਸਾਰੀ ਹੈ। ਜਿੱਥੇ ਬਲਦੀ ਹੋਈ ਅੱਗ ਵਿੱਚ ਰੱਬ ਨੇ ਤੇਰੀ ਰੱਖਿਆ ਕੀਤੀ ਹੈ, ਉਹ ਭੋਲਿਆ ਜੇ ਉੱਥੇ ਤੈਨੂੰ ਬਚਾਉਂਦਾ ਹੈ, ਆ ਦੁਨੀਆ ਦੇ ਵਿਕਾਰਾਂ ਦੀ ਅੱਗ ਚੋਂ ਨਹੀਂ ਬਚਾਏਗਾ। ਤੂੰ ਨਾਮ ਜਪਤੇ ਸੀ, ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ। ਉਹ ਰਖਵਾਲਾ ਬਹੁਤ ਵੱਡਾ ਹੈ, ਉਹ ਤੋਂ ਵੱਡਾ ਰਖਵਾਲਾ ਕੌਣ ਹੋ ਸਕਦਾ ਹੈ ਜੀ। ਉਹ ਰਖਵਾਲਾ ਤੇ ਇੰਨਾ ਵੱਡਾ ਹੈ, ਮਹਾਰਾਜ ਆਖਦੇ ਆ, ਜਿਨਨੇ ਉਹਨੂੰ ਸਿਮਰਿਆ ਹੈ ਪਰਮਾਤਮਾ ਤੇ ਨੇ ਉਹਨੂੰ ਤੱਤੀ ਵਾਵ ਲੱਗਣ ਦਿੱਤੀ। ਅਸੀਂ ਬਚਨ ਪੜ੍ਹਦੇ ਆ ਨਾ ਪਾਤਸ਼ਾਹ ਜੀ ਦਾ, ਤਾਤੀ ਵਾਵ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾ ਭਾਈ। ਉਹ ਐਸਾ ਹੈ। ਅੱਗੇ ਮਹਾਰਾਜ ਕਹਿਣ ਲੱਗੇ, ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ। ਸਿਮਰਤ ਤਪਤ ਜਾਏ, ਪਰਮਾਤਮਾ ਦਾ ਨਾਮ ਸਭ ਤੋਂ ਸੀਤਲ ਹੈ। ਬਾਬਾ ਫਰੀਦ ਸਾਹਿਬ ਦੇ ਇੱਕ ਬਚਨ ਹੈ, ਕਹਿਣ ਲੱਗੇ, ਤਪਦੇ ਹੋਏ ਹਿਰਦਿਆਂ ਨੂੰ ਠੰਡ ਕੌਣ ਦੇ ਸਕਦਾ ਹੈ। ਗਰਮੀ ਚੋਂ ਤੇ ਸਾਨੂੰ ਏਸੀ ਠੰਡਕ ਦੇ ਦੇਗਾ ਸਾਡੀ ਬੋਡੀ ਨੂੰ। ਚਾਰ ਚੀਜ਼ਾਂ ਦੀ ਗੱਲ ਕੀਤੀ, ਕਹਿਣ ਲੱਗੇ, ਚੰਦਨ ਚੰਦ ਨਾ ਸਦ ਰੁੱਤ ਮੂਲ ਨਾ ਮਿਟ ਹੀ ਕਾਮ। ਇਹ ਚਾਰੇ ਚੀਜ਼ਾਂ ਠੰਡੀਆਂ। ਚੰਦਨ ਵੀ ਠੰਡਾ ਮੰਨਿਆ ਜਾਂਦਾ ਹੈ, ਸੀਤ ਰੁੱਤ ਵੀ ਠੰਡੀ ਮੰਨੀ ਜਾਂਦੀ ਹੈ, ਚੰਦਰਮਾ ਦੀ ਚਾਨਣੀ ਵੀ ਠੰਡੀ ਮੰਨੀ ਜਾਂਦੀ ਹੈ। ਪਰ ਮਹਾਰਾਜ ਕਹਿਣ ਲੱਗੇ, ਇਹ ਤੇਰੀ ਬੋਡੀ ਨੂੰ ਠੰਡਕ ਦੇ ਸਕਦੇ ਆ, ਤੇ ਆਤਮਾ ਨੂੰ ਨਹੀਂ। ਆਤਮਾ ਨੂੰ ਠੰਡ ਪਤਾ ਕਿੰਨੇ ਪਾਉਣੀ ਆ। ਮਹਾਰਾਜ ਕਹਿਣ ਲੱਗੇ, ਸੀਤ ਥੀਵੈ ਨਾਨਕਾ ਜਪੰਦੜੋ ਹਰ ਨਾਮ। ਨਾਮ ਜਪ, ਨਾਮ ਜਪ ਕੇ ਹੀ ਅੰਦਰ ਦੀ ਅਗਨ ਨੇ ਸ਼ਾਂਤ ਹੋਣਾ ਹੈ। ਫਿਰ ਕਹਿ ਦਿੱਤਾ, ਸੂਖ ਸਹਜ ਆਨੰਦ ਕਣਾ ਨਾਨਕ ਜਨ ਧੂਰਾ। ਜਿਹੜੇ ਪਰਮਾਤਮਾ ਦੇ ਸਤਿਗੁਰ ਦੇ ਚਰਨਾਂ ਦੀ ਧੂੜ ਬਣ ਗਏ, ਜਿਨ੍ਹਾਂ ਨੇ ਕਹਿ ਦਿੱਤਾ, ਸਤਿਗੁਰੂ ਅਸੀਂ ਤੇਰੇ ਚਰਨਾਂ ਦੀ ਧੂੜ, ਭਾਵ ਨਿਮਰਤਾ ਵਿੱਚ ਆ ਗਏ। ਬਿਲਕੁਲ ਉਹਨਾਂ ਨੇ ਸਰੈਂਡਰ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਆ ਹੁੰਦਾ ਗੁਰੂ ਦੇ ਚਰਨਾਂ ਦੀ ਧੂੜ ਬਣਨਾ, ਨਿਮਰਤਾ ਵਿੱਚ ਆਉਣਾ। ਮਹਾਰਾਜ ਕਹਿਣ ਲੱਗੇ, ਜਿਹੜੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਬਣ ਗਏ,
ਹਜ਼ੂਰ ਆਖਦੇ ਆ ਉਹਨਾਂ ਦੀ ਜੇ ਸੁੱਖ ਵੀ ਬਹੁਤ ਹੈ, ਸਹਿਜ ਵੀ ਬਹੁਤ ਹੈ ਤੇ ਆਨੰਦ ਵੀ ਬਹੁਤ ਹੈ। ਤਿੰਨ ਗੱਲਾਂ, ਸੁਖ, ਸਹਜ, ਆਨੰਦ, ਘਣਾ। ਘਣਾ ਦਾ ਅਰਥ ਹੁੰਦਾ ਹੈ ਬਹੁਤ ਜ਼ਿਆਦਾ। ਹਰਿਆਣੇ ਚ ਸ਼ਬਦ ਵਰਤਿਆ ਜਾਂਦਾ ਹੈ ਵੀ ਇਹ ਘਣਾ, ਘਣੇ ਦਾ ਜ਼ਿਆਦਾ ਹੁੰਦਾ ਹੈ। ਬੋਲੀ ਹਰ ਇਲਾਕੇ ਦੀ ਆਪਣੀ ਆਪਣੀ ਬੋਲੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਘਣਾ ਦਾ ਅਰਥ ਹੈ ਜ਼ਿਆਦਾ। ਜਿਹੜਾ ਗੁਰੂ ਕੇ ਚਰਨਾਂ ਦੀ ਧੂੜ ਬਣ ਗਿਆ ਉਹਦੇ ਜੀਵਨ ਚ ਇੰਨਾ ਕੁ ਸੁੱਖ ਹੈ ਕੋਈ ਜਾਂਦਾ ਨਹੀਂ। ਫਿਰ ਕਹਿ ਦਿੱਤਾ ਜਿਨਨੇ ਪੂਰੇ ਗੁਰੂ ਨੂੰ ਸਿਮਰਿਆ, ਮਹਾਰਾਜ ਕਹਿਣ ਲੱਗੇ ਕਾਰਜ ਸਗਲੇ ਸਿੱਧ ਭਏ, ਭੇਟਿਆ ਗੁਰ ਪੂਰਾ। ਜਿਨਨੇ ਪੂਰੇ ਗੁਰੂ ਨੂੰ ਸਿਮਰ ਲਿਆ ਉਹਦੇ ਜੀਵਨ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ। ਸਾਧ ਸੰਗਤ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਨੇ ਇਹ ਕਿਰਪਾ ਤੇ ਰਹਿਮਤ ਵਰਤਾਈ ਹੈ। ਮੈਂ ਅਖੀਰ ਤੇ ਇੱਕ ਬੇਨਤੀ ਕਹਿ ਕੇ ਖਿਮਾ ਮੰਗ ਲੈਣੀ ਹੈ ਜੀ। ਦੇਖੋ ਸਾਧ ਸੰਗਤ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਹਜ਼ੂਰ ਨੇ ਇੱਕ ਦੀ ਗੱਲ ਕੀਤੀ ਅੱਜ, ਜਿਹੜਾ ਸਰਬ ਸ਼ਕਤੀਮਾਨ ਹੈ, ਜਿਹੜਾ ਸਰਬ ਕਲਾ ਸਮਰੱਥ ਹੈ, ਜਿਹੜਾ ਸਰਬ ਵਿਆਪਕ ਹੈ, ਉਹਦੇ ਨਾਮ ਨੂੰ ਸਿਮਰਨ ਦੀ ਗੱਲ ਕਹੀ ਵੀ ਤੂੰ ਇੱਕ ਦਾ ਬਣ ਕੇ ਰਹੀ। ਸਾਧ ਸੰਗਤ ਜੀ, ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਮਹਾਰਾਜ ਦੇ ਦਰ ਦੀ ਸੇਵਾ ਕਰਦੇ ਆ ਨਾ, ਜਦੋਂ ਮਹਾਰਾਜ ਪ੍ਰੀਖਿਆ ਲੈਂਦੇ ਆ, ਸਤਿਗੁਰੂ ਜੀ ਨੇ ਭਿਆਨਕ ਰੂਪ ਬਣਾਇਆ, ਹੱਥ ਵਿੱਚ ਡਾਂਗ ਫੜ ਲਈ ਤੇ ਸਾਧ ਸੰਗਤ ਸਤਿਗੁਰੂ ਜੀ ਜਾਂਦੇ ਸਾਰੇ ਡਰ ਕੇ ਦੌੜ ਗਏ ਹਨਾ। ਭਾਈ ਲਹਿਣਾ ਜੀ ਨਹੀਂ ਗਏ। ਹਜ਼ੂਰ ਪੁੱਛਦੇ ਆ, ਕਹਿਣ ਲੱਗੇ ਲਹਿਣਿਆ ਤੂੰ ਕਿਉਂ ਨਹੀਂ ਗਿਆ? ਤੈਨੂੰ ਕੁਝ ਨਹੀਂ ਚਾਹੀਦਾ, ਤੂੰ ਵੀ ਚਲਾ ਜਾ। ਸਾਰੇ ਆਪਣੇ ਘਰਾਂ ਨੂੰ ਦੌੜ ਗਏ, ਤੂੰ ਕਿਉਂ ਇੱਥੇ ਹੈ? ਤੇ ਭਾਈ ਲਹਿਣਾ ਜੀ ਦਾ ਜਵਾਬ ਪਤਾ ਕੀ ਸੀ? ਕਹਿਣ ਲੱਗਾ ਬਾਬਾ, ਘਰਾਂ ਨੂੰ ਉਹ ਚਲੇ ਗਏ ਜਿਨ੍ਹਾਂ ਦੇ ਘਰ ਸਨ। ਸੱਚ ਜਾਣੀ ਮੇਰਾ ਤੇ ਘਰ ਹੀ ਗੁਰੂ ਨਾਨਕ ਹੈ, ਮੇਰੀ ਤੇ ਥਾਂ ਹੀ ਗੁਰੂ ਨਾਨਕ ਹੈ, ਮੇਰਾ ਤੇ ਸਭ ਕੁਝ ਹੀ ਗੁਰੂ ਨਾਨਕ ਹੈ। ਮੇਰਾ ਦੁੱਖ ਵੀ ਤੇਰੇ ਕੋਲ ਹੈ, ਮੇਰਾ ਸੁੱਖ ਵੀ ਤੇਰੇ ਕੋਲ ਹੈ। ਮੈਂ ਜਾਵਾਂ ਤੇ ਤਾਂ ਜੇ ਤੇਰੇ ਬਗੈਰ ਮੈਨੂੰ ਹੋਰ ਕੋਈ ਥਾਂ ਨਜ਼ਰ ਆਏ। ਤੇਰੇ ਤੋਂ ਵੱਡਾ ਮਾਲਕ ਕੋਈ ਨਹੀਂ, ਤੇਰੇ ਤੋਂ ਵੱਡਾ ਗੁਰੂ ਕੋਈ ਨਹੀਂ, ਮੈਂ ਕਿੱਥੇ ਜਾਵਾਂ? ਐਵੇਂ ਨਹੀਂ ਭਾਈ ਲਹਿਣਾ ਗੁਰੂ ਅੰਗਦ ਬਣੇ। ਇੱਕ ਤੇ ਭਰੋਸਾ ਰੱਖਿਆ ਤੇ ਇੱਕੋ ਤੇ ਭਰੋਸਾ ਰੱਖ ਕੇ ਗੁਰੂ ਨਾਨਕ ਦੇ ਤਖਤ ਦੇ ਮਾਲਕ ਬੜੇ ਆ। ਸਾਧ ਸੰਗਤ, ਬਸ ਕਦੀ ਆਪਣੇ ਆਪ ਨੂੰ ਡੋਲਣ ਨਾ ਦਿਆ ਜੇ, ਇੱਕ ਦੇ ਭਰੋਸੇ ਤੇ ਰਹੋ। ਸਤਿਗੁਰੂ ਜੀ ਰਹਿਮਤਾਂ ਤੇ ਬਖਸ਼ਿਸ਼ਾਂ ਵਰਤਾਉਣਗੇ। ਰੋਜ਼ ਇਹੀ ਅਰਦਾਸ ਕਰਿਆ ਕਰੋ, ਪਾਤਸ਼ਾਹ ਆਪਣੇ ਦਰ ਤੇ ਲਿਆਂਦਾ, ਬਸ ਇਸੇ ਦਰ ਦਾ ਬਣਾ ਕੇ ਰੱਖੀ, ਇਸ ਦਰ ਤੋਂ ਕਿਸੇ ਹੋਰ ਦਰ ਤੇ ਜਾਣਾ ਨਾ ਪੈ ਜਾਏ, ਕਿਉਂਕਿ ਇਸ ਦਰ ਤੋਂ ਵੱਡਾ ਦਰ ਹੀ ਕੋਈ ਨਹੀਂ। ਕੋਟਾਨ ਕੋਟਾਨ ਸ਼ੁਕਰਾਨੇ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਤਰਸ ਕੀਤਾ ਆਪਣੀ ਪਵਿੱਤਰ ਗੋਦ ਵਿੱਚ ਬਿਠਾ ਕੇ ਤੁਹਾਡੇ ਸਭ ਦੇ ਰੱਬ ਰੂਪ ਸੰਗਤਾਂ ਦੇ ਦਰਸ਼ਨ ਕਰਵਾਏ ਆ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਬੜਾ ਪ੍ਰੇਮ ਬਖਸ਼ਿਆ, ਬੜੀ ਇਕਾਗਰਤਾ ਬਖਸ਼ੀ ਹੈ। ਅਸੀਸ ਦਿਆ ਜੇ। ਸਤਿਗੁਰੂ ਜੀ ਇਸੇ ਤਰ੍ਹਾਂ ਤੁਹਾਡੀ ਸੇਵਾ ਕਰਵਾਉਂਦੇ ਰਹਿਣ। ਤੇ ਵਿਸ਼ੇਸ਼ ਧੰਨਵਾਦ ਹੈ ਜੀ ਸਿੰਘ ਸਾਹਿਬ ਜੀ ਹੋਰਾਂ ਦਾ, ਸਤਿਗੁਰਾਂ ਦੇ ਤਾਬਿਆਂ ਤੇ ਬੈਠੇ ਆ। ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਦਾ, ਜੋ ਮੁੱਖ ਗ੍ਰੰਥੀ ਨੇ ਸਥਾਨ ਦੇ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਜੀ। ਸਤਿਗੁਰੂ ਜੀ ਆਪ ਜੀ ਸਮੂਹ ਸੰਗਤ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।